Hello friends, I hope everybody is fine. Welcome to my YouTube channel, and in my today's video lesson we are going to discuss about essay writing, and in this video we are going to brainstorm for a particular essay type. So ਅੱਜ ਦੇ ਵਿਦਆਊਟ ਐਨੀ ਡਿਲੇ ਨਾਓ ਆਪਾਂ ਐਸੇ ਸਟੇਟਮੈਂਟ ਡਿਸਕਸ ਕਰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਈ ਐਮ ਡਿਸਕਸਿੰਗ ਅਬਾਊਟ ਟੂ ਕੁਐਸਚਨ ਟਾਈਪ ਐਸੇ। ਸੋ ਇਹਦੇ ਵਿੱਚ ਕੀ ਹੁੰਦਾ ਹੈ, टू क्वेश्चन टाइप ऐसे दे विच अपने कोले दो क्वेश्चंस पूछे जाते हैं। बहुत ईजी अटैम्प्ट करना, आप दोनों क्वेश्चंस का आंसर एक एक बीपी दे विच एक्सप्लेन कर देना हुंदा। सो नाउ डिस्कस वी आर गोइंग टू डिस्कस अबाउट ऐसे स्टेटमेंट। सो ऐसे स्टेटमेंट अपनी की है कि मैनी पीपल फाइंड इट हार्ड टू बैलेंस देयर वर्क विद अदर पार्ट्स ऑफ देयर लाइफ। सो ਇਹਦੇ ਵਿੱਚ ਕੀ ਕਹਿ ਰਹੇ ਕਿ ਜਿਹੜੇ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਕੀ ਕਰ ਰਹੇ ਨੇ, ਉਹਨਾਂ ਬਹੁਤ ਜ਼ਿਆਦਾ ਡਿਫਿਕਲਟੀ ਫੇਸ ਕਰ ਰਹੇ ਆ ਮੈਨੇਜ ਕਰਨ ਦੇ ਲਈ ਆਪਣੀ ਪਰਸਨਲ ਲਾਈਫ ਤੇ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ। ਸੋ ਇੱਕ ਬਹੁਤ ਹੀ ਕਾਮਨ ਜਿਹਾ ਟੌਪਿਕ ਹੈ, ਬਹੁਤ ਹੀ ਕਾਮਨ ਜਿਹਾ ਇਸ਼ੂ ਲਿੱਤਾ ਆਪਣੀ ਫੈਮਿਲੀ ਤੇ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ। ਹੁਣ ਅਗਰ ਆਪਾਂ ਆਪਣੇ ਘਰ ਦੀ ਵੀ ਗੱਲ ਕਰੀਏ ਤਾਂ ਆਪਣੇ ਘਰ ਦੇ ਵਿੱਚ ਓਬਵੀਅਸਲੀ ਆਪਣੇ ਫਾਦਰ ਵਰਕਿੰਗ ਹੁੰਦੇ ਨੇ, ਆਪਣੇ ਕਈ ਵਾਰੀ ਮਦਰ ਵਰਕਿੰਗ ਹੁੰਦੇ ਨੇ, ਸਿਸਟਰ ਬ੍ਰਦਰ ਵਰਕਿੰਗ ਹੁੰਦੇ ਨੇ। ਸੋ ਅਗਰ ਉਹਨਾਂ ਨੂੰ ਆਪਾਂ ਆਪਣੀ ਸਰਾਊਂਡਿੰਗ 'ਚ ਵੀ ਦੇਖੀਏ ਘਰ ਦੀ, ਤਾਂ ਉਹਨਾਂ ਤੇ ਬਹੁਤ ਜ਼ਿਆਦਾ ਜੋ ਵਰਕ ਦਾ ਹੈ ਉਹ ਪ੍ਰੈਸ਼ਰ ਰਹਿੰਦਾ। ਸੋ ਵਰਕ ਦੇ ਪ੍ਰੈਸ਼ਰ ਦੇ ਕਰਕੇ ਵੀ ਕਈ ਵਾਰੀ ਕੀ ਹੁੰਦਾ ਕਿ ਜੋ ਫੈਮਿਲੀ ਦੇ ਵਿੱਚ ਉਹਨਾਂ ਦੇ ਸਰਾਊਂਡਿੰਗ ਦੇ ਵਿੱਚ ਥਿੰਗਸ ਹੋ ਰਹੀਆਂ ਨੇ ਉਹਨਾਂ 'ਚ ਪਾਰਟਿਸਿਪੇਟ ਨਹੀਂ ਕਰ ਪਾਉਂਦੇ। इट मीन्स किते ना किते जो एक बैलेंस है, जो एक इक्विलिब्रियम होना चाहिए। इक्विलिब्रियम का मतलब बैलेंस ही हुंदा कि इक्विलिब्रियम होना चाहिए उन्हां दी पर्सनल लाइफ दे विच ते उन्हां दी प्रोफेशनल लाइफ दे विच। सो जो इक्विलिब्रियम आ वो बैलेंस नहीं कर पांदे मतलब। सो उसे चीज ते अपना अज दा ऐसे बेस्ड है। सो ਇਹਦੇ ਵਿੱਚ ਜੋ ਆਪਣੇ ਕੋਲੇ ਫਰਸਟ ਕੁਐਸਚਨ ਆ ਉਹਦੇ ਵਿੱਚ ਆਪਾਂ ਇਹਦੇ ਲਈ ਰੀਜ਼ਨ ਡਿਸਕ੍ਰਾਈਬ ਕਰਨੇ ਆ ਕਿ ਇਹ ਚੀਜ਼ ਕਿਉਂ ਹੋ ਰਹੀ ਹੈ, ਕਿ ਕਿਉਂ ਲੋਕਾਂ ਨੂੰ ਬਹੁਤ ਜ਼ਿਆਦਾ ਡਿਫਿਕਲਟੀ ਫੇਸ ਹੋ ਰਹੀ ਹੈ ਇਸ ਚੀਜ਼ ਨੂੰ ਮੈਨੇਜ ਕਰਨ ਦੇ ਲਈ। ਐਂਡ ਜੋ ਸੈਕਿੰਡ ਕੁਐਸਚਨ ਦੀ ਡਿਮਾਂਡ ਹੈ ਉਹ ਕੀ ਹੈ ਕਿ ਆਪਾਂ ਇਹਦੇ ਲਈ ਸੋਲੂਸ਼ਨਸ ਦੇਣੇ ਆ ਕਿ ਹਾਊ ਕੈਨ ਵੀ ਸੋਲਵ ਦਿਸ ਪ੍ਰੋਬਲਮ, ਕਿ ਇਹਨੂੰ ਆਪਾਂ ਕਿਵੇਂ ਸੋਲਵ ਕਰ ਸਕਦੇ ਹਾਂ। ਸੋ ਮੋਸਟਲੀ ਚਾਹੇ ਟੂ ਕੁਐਸਚਨ ਟਾਈਪ ਹੀ ਆ, ਬਟ ਇਹਦੇ ਵਿੱਚ ਜੋ ਡਿਮਾਂਡ ਕੀਤੀ ਗਈ ਆ ਫਰਸਟ ਦੇ ਬੀਪੀ ਦੇ ਵਿੱਚ ਆਪਾਂ ਕੀ ਦੱਸਨੇ ਆ, ਉਹਦੇ ਰੀਜ਼ਨ ਦੱਸਨੇ ਆ, ਕਾਰਨ। ਅਗਰ ਆਪਾਂ ਪੰਜਾਬੀ ਚ ਮੈਂ ਦੱਸਾਂ ਤਾਂ ਕਾਰਨ ਦੱਸਨੇ ਆ, ਆਪਾਂ ਰੀਜ਼ਨ ਦੱਸਨੇ ਆ ਕਿ ਵਾਈ ਦਿਸ ਇਜ਼ ਹੈਪਨਿੰਗ, ਕਿ ਕਿਉਂ ਜਿਹੜੇ ਲੋਕ ਆ ਉਹ ਮੈਨੇਜ ਨਹੀਂ ਕਰ ਪਾ ਰਹੇ ਆਪਣੀ ਪਰਸਨਲ ਪ੍ਰੋਫੈਸ਼ਨਲ ਲਾਈਫ ਨੂੰ। ਐਂਡ ਸੈਕਿੰਡ ਕੁਐਸਚਨ ਦੇ ਵਿੱਚ ਆਪਾਂ ਉਸੇ ਚੀਜ਼ ਦੇ ਸੋਲੂਸ਼ਨ ਡਿਸਕਸ ਕਰਨੇ। ਨਾਓ ਐਵਰੀ ਟਾਈਮ ਸਟੂਡੈਂਟਸ ਜਦੋਂ ਵੀ ਪ੍ਰੋਬਲਮ ਸੋਲੂਸ਼ਨ ਜਾਂ ਰੀਜ਼ਨ ਸੋਲੂਸ਼ਨ ਐਸੇ ਲਿਖਦੇ ਨੇ ਉਹ ਇੱਕ ਕਾਮਨ ਮਿਸਟੇਕ ਜ਼ਰੂਰ ਕਰਦੇ ਨੇ। ਉਹ ਕਾਮਨ ਮਿਸਟੇਕ ਕੀ ਹੈ ਕਿ ਜੋ ਰੀਜ਼ਨ ਤਾਂ ਕੁਝ ਉਹ ਹੋਰ ਲਿਖ ਦਿੰਦੇ ਨੇ, ਸੋਲੂਸ਼ਨ ਉਹ ਕੁਝ ਹੋਰ ਲਿਖਦੇ ਨੇ। ਹੁਣ ਐਗਜ਼ਾਮੀਨਰ ਉਹ ਚੀਜ਼ ਨੂੰ ਕਿਵੇਂ ਜੱਜ ਕਰੂਗਾ, ਕਿਵੇਂ ਜਸਟੀਫਾਈ ਕਰੂਗਾ, ਕਿਉਂਕਿ ਤੁਸੀਂ ਰੀਜ਼ਨ ਤਾਂ ਕੁਝ ਹੋਰ ਦੇਤਾ ਐਂਡ ਉਹਦਾ ਸੋਲੂਸ਼ਨ ਕੁਝ ਹੋਰ ਦੇਤਾ। ਉਹ ਦੋਨੋਂ ਪੈਰਾਗ੍ਰਾਫਸ ਦੀ ਕੋਈ ਲਿੰਕਿੰਗ ਹੀ ਨਹੀਂ ਬਣਦੀ। ਸੋ ਕਦੇ ਇਹ ਚੀਜ਼ ਹੋਇਆ, ਚਲੋ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਨਾਲ ਸਮਝਾਉਂਦੀ ਹਾਂ। ਕਦੇ ਵੀ ਇਹ ਚੀਜ਼ ਹੋਈ ਹੈ ਕਿ ਆਪਾਂ ਡਾਕਟਰ ਕੋਲੇ ਗਏ ਹੋਈਏ, ਆਪਾਂ ਉਹਨਾਂ ਨੂੰ ਕਹਿ ਤਾਂ ਦਿੱਤਾ ਕਿ ਹਾਂਜੀ ਮੇਰੇ ਕੀ ਹੈ, ਮੈਨੂੰ ਫੀਵਰ ਹੋਇਆ, ਮੈਨੂੰ ਫੀਵਰ ਦੀ ਮੈਡੀਸਨ ਦਿਓ, ਬਟ ਉਹਨੇ ਤੁਹਾਨੂੰ ਪੇਟ ਦਰਦ ਦੀ ਮੈਡੀਸਨ ਦਿੱਤੀ ਹੋਵੇ, ਇਹ ਨਹੀਂ ਹੋਇਆ ਨਾ। ਸੋ ਸੇਮ ਥਿੰਗ ਇਜ਼ ਵਿਦ ਆਇਲਸ। ਸੋ ਇਹਦੇ ਵਿੱਚ ਇਹ ਚੀਜ਼ ਨਹੀਂ ਕਰਨੀ ਕਿ ਤੁਸੀਂ ਰੀਜ਼ਨ ਤਾਂ ਕੁਝ ਹੋਰ ਲਿਖ ਰਹੇ ਹੋ ਬਟ ਸੋਲੂਸ਼ਨ ਕੁਝ ਹੋਰ ਦੇ ਰਹੇ ਹੋ। ਸੋ ਆਲਵੇਜ਼ ਜੋ ਤੁਸੀਂ ਰੀਜ਼ਨ ਮੈਂਸ਼ਨ ਕਰੋਗੇ ਆਪਣੇ ਬੀਪੀ ਦੇ ਵਿੱਚ, ਨੈਕਸਟ ਬੀਪੀ ਦੇ ਵਿੱਚ ਆਪਾਂ ਉਸੇ ਦੇ ਹੀ ਸੋਲੂਸ਼ਨ ਲਿਖਾਂਗੇ। ਠੀਕ ਹੈ ਜੀ। ਸੋ ਜੋ ਰੀਜ਼ਨ ਹੈ ਸੋਲੂਸ਼ਨ ਵੀ ਆਪਾਂ ਸਿਰਫ ਤੇ ਸਿਰਫ ਉਸੇ ਰੀਜ਼ਨ ਦਾ ਹੀ ਦੇਵਾਂਗੇ, ਆਪਾਂ ਆਪਣੇ ਵੱਲੋਂ ਕੋਈ ਹੋਰ ਸੋਲੂਸ਼ਨ ਹੀ ਨਹੀਂ ਲਿਖਾਂਗੇ। सो नाउ लेट्स ब्रेनस्टॉर्म फॉर आवर आइडियाज। जो इस ऐसे दी इंट्रोडक्शन है वो तुसी खुद ही बनाओगे, क्योंकि पहला वाली वीडियो दे विच मैं तुहानू गाइड कर चुकी हां टोटली कि इंट्रोडक्शंस नू आपां किवें फॉर्म करना हुंदा। टू सेंटेंसेस दे विच आपां इंट्रोडक्शन फॉर्म करांगे जी। फर्स्ट सेंटेंस जो होएगा अपना टॉपिक फर्स्ट सेंटेंस जो भी होएगा थोड़ा रीफ्रेजिंग होएगी स्टेटमेंट की, जो थोड़ी रीफ्रेजिंग होएगी वो इत्थे तक होएगी। एंड सैकेंड जो इंट्रोडक्शन का सेंटेंस बनेगा वो आंसर लाइन होंदी है तुहाडी, जिहदे विच तुसीं की कहोगे कि इहदे कुछ क कारण ने ते कुछ क सॉल्यूशंस लैके डिसीजन स्टेप्स लैके आपां इस चीज नूं की कर सकदे हां, ओवरकम कर सकते हैं, खत्म कर सकते हैं। सो ट्राई टू मेक इंट्रोडक्शन एट होम। एंड नाउ विदाउट एनी डिले लेट्स डिस्कस और लेट्स ब्रेनस्टॉर्म फॉर आवर आइडियाज। सो हुण अगर आपां आइडियाज नूं ब्रेनस्टॉर्म करिए तो रीजनस की आ जाणगे कि क्यों उन्हां दे लई डिफिकल्ट हो रहा मैनेज करना या बैलेंस करना अपनी पर्सनल लाइफ नूं प्रोफेशनल लाइफ दे नाल। सो ऑलवेज जो फर्स्ट सेंटेंस भी होएगा तुहाडी बॉडी पैराग्राफ दा वो तुसीं टॉपिक सेंटेंस ही बनाना। सो इहदे विच आपां रीजनस लिख रहे हां, सो रीजनस ही मैंशन करोगे। इंस्टेड ऑफ राइटिंग रीजनस अगेन एंड अगेन तुसीं किहड़े वर्ड यूज कर सकदे हो, यू कैन राइट कॉजेस वर्ड यूज कर सकते हो तुसी। एंड अगर कॉजेस नहीं यूज करना फैक्टर्स वर्ड यूज कर सकते हो तुसी।
ਸੋ ਇੱਥੇ ਮੈਨੇਜ ਕਰ ਸਕਦੇ ਹੋ ਬੈਲੈਂਸ ਦੀ ਜਗ੍ਹਾ ਤੇ ਮੇਨਟੇਨ ਕਰ ਸਕਦੇ ਹੋ ਕਿ ਇਕੁਇਲਿਬ੍ਰੀਅਮ ਨੂੰ ਮੇਨਟੇਨ ਕਰਨਾ, बैलेंस मैनेज करना, ठीक है जी। पर्सनल प्रोफेशनल लाइफ के लिख सकते हो, वर्क लाइफ नु होम लाइफ ना लिख सकते हो। सो दीज आर सर्टेन सिनोनिम्स दैट यू कैन यूज। सो नाउ वी आर गोइंग टू डिस्कस अबाउट आइडियाज। सो जो वेरी फर्स्ट आइडिया जिन्हों आप डिफाइन कर सकते हैं ਇਹਦੇ ਵਿੱਚ। सो अपने कोले फर्स्ट की आ जाऊगा आइडिया ਜਿਹੜਾ स्ट्रेस ਹੁੰਦਾ ਲੋਕਾਂ ਨੂੰ ऑफ मीटिंग डेडलाइंस। ओके, ਹੁਣ ਕੋਈ ਵੀ ਕੰਪਨੀ ਦੇ ਵਿੱਚ ਉਹ ਕਿਤੇ ਵੀ ਕੰਮ ਕਰਦੇ ਆ, ਆਪਾਂ ਨੂੰ ਕੁਝ ਟਾਰਗੇਟਸ ਦੇ ਦਿੱਤੇ ਜਾਂਦੇ ਆ ਅਚੀਵ ਕਰਨ ਦੇ ਲਈ। ਐਂਡ ਆਪਣੇ ਤੇ ਜੋ ਸਟ੍ਰੈਸ ਹੁੰਦਾ ਉਹ ਕਿਸ ਚੀਜ਼ ਹੁੰਦਾ ਕਿ ਕਿਸੇ ਵੀ ਨਾ ਕਿਸੇ ਵੀ ਹਾਲਾਤ 'ਚ ਮੈਂ ਆਪਣੇ ਟਾਰਗੇਟਸ ਨੂੰ, ਆਪਣੇ ਡੈਡਲਾਈਨਸ ਨੂੰ ਕੰਪਲੀਟ ਕਰਨਾ। ਸੋ ਜਿਹੜੀਆਂ ਵੀ ਇਹ ਡੈਡਲਾਈਨਸ ਹੁੰਦੀਆਂ ਨੇ ਆਪਾਂ ਨੂੰ ਕਾਹਦੇ ਲਈ ਦਿੱਤੀਆਂ ਜਾਂਦੀਆਂ ਨੇ, ਜਾਂ ਤਾਂ ਆਪਾਂ ਨੂੰ ਕਾਹਦੇ ਲਈ ਦਿੱਤੀਆਂ ਜਾਂਦੀਆਂ ਨੇ ਆਪਣੇ ਟਾਰਗੇਟਸ ਅਚੀਵ ਕਰਨ ਦੇ ਲਈ, ਪਹਿਲੀ ਚੀਜ਼ ਤਾਂ। दूसरी चीज की होंगे कि जो आप अपने टारगेट्स अचीव करते हैं अपन कुछ ना कुछ इंसेंटिव मिलता है, यानी कि अपन को प्रमोशन हो सकती है, मॉनेटरी टर्म्स कोई बेनिफिट हो सकता। सो उन्होंने चीज़ों एक्रियो करने के लिए, एक्रियो का मतलब की होंगे अर्जित करना किसी भी चीज़ को। एक्रियो करने के लिए आप की करते हैं, स्ट्रेस लेने हैं कि अपन डेडलाइनस मीट हो जाए। सो इसी चीज़ में, इसी आइडिया में आप पूरा एक आइडिया दे विच लैके एक प्रॉपर आप कंपलैक्स सेंटेंस फॉर्म करांगे। सो इहदे विच की आ जाएगा कि फर्स्टली जिहड़ा स्ट्रेस हुंदा ऑफ मीटिंग डेडलाइंस कादे लई एट वर्क प्लेस इन ऑर्डर टू फिनिश देयर टारगेट्स। एक तो हो जाएगा कि अपने टारगेट्स नू फिनिश करन दे लई। सो उस तो बाद उन्हां की होगा सो दैट दे कैन गेट प्रमोशन और अदर मॉनेटरी बेनिफिट्स। ठीक है जी, कि टारगेट्स अगर उन्होंने स्ट्रेस होगा डेडलाइंस नु मीट करन दा ते वो टारगेट्स नु अचीव कर पाएंगे। एंड अगर वो टारगेट्स नु अचीव कर पाएंगे फिर उन्होंने प्रमोशन ते अदर मॉनेटरी बेनिफिट्स वो एक्रियू कर सकते हैं। इन ऑर्डर टू एक्रियू दी प्रमोशन एंड अदर मॉनेटरी बेनिफिट्स। एंड ये सारी चीज दे लिए उन्होंने की करना पैंदा, दे हैव टू वर्क फॉर प्रोलॉन्ग्ड आवर्स। ठीक है जी, कि इस चीज दे लिए, इस चीज ਨੂੰ ਫੁੱਲਫਿਲ ਕਰਨ ਦੇ ਲਈ ਉਹਨਾਂ ਨੂੰ ਪ੍ਰੋਲੋਂਗਡ ਆਵਰਸ ਦੇ ਲਈ ਵਰਕ ਕਰਨਾ ਪੈਂਦਾ। ਐਂਡ ਜਦੋਂ ਉਹ ਵਰਕ ਕਰਦੇ ਨੇ ਫॉर ਪ੍ਰੋਲੋਂਗਡ ਆਵਰਸ then they compromise with their family relations। ओके जी, ਕਿ ਜਦੋਂ ਜ਼ਿਆਦਾ ਟਾਈਮ ਤੱਕ ਵਰਕ ਕਰਦੇ ਆ ਤਾਂ ਉਸ ਚੀਜ਼ ਦੇ ਲਈ ਉਹਨਾਂ ਨੂੰ ਆਪਣੇ ਫੈਮਿਲੀ ਰਿਲੇਸ਼ਨਸ ਦੇ ਨਾਲ ਕੰਪਰੋਮਾਈਜ਼ ਕਰਨਾ ਪੈਂਦਾ, which contribute to, and ਜਿਹੜੀ ਇਹ ਚੀਜ਼ contribute ਕਰਦੀ ਹੈ ਕਿਸ ਚੀਜ਼ ਦੇ ਲਈ, to spoil their family ਇਹਨਾਂ ਦੀ ਫੈਮਿਲੀ ਦੀ ਜੋ ਟ੍ਰੈਂਕੁਇਲਿਟੀ ਹੈ ਜਾਂ ਪੀਸਫੁਲ ਹੈ, ਸੋ ਉਸ ਚੀਜ਼ ਨੂੰ ਹੈਂਪਰ ਕਰਦੇ ਆ, ਉਸ ਚੀਜ਼ ਨੂੰ ਸਪੋਇਲ ਕਰਦੇ ਆ ਇਹ ਸਾਰੇ। ਸੋ ਇੱਕ ਵਧੀਆ ਤੁਹਾਡੇ ਕੋਲੇ ਆਈਡੀਆ ਜਿਹਨੂੰ ਤੁਸੀਂ ਦੋ ਸੈਂਟੈਂਸਸ ਚ ਪ੍ਰੋਪਰਲੀ ਡਿਫਾਈਨ ਕਰ ਸਕਦੇ ਹੋ। ਸੋ ਇੱਕ ਆਪਾਂ ਆਈਡੀਆ ਹੋਰ ਯੂਜ਼ ਕਰਾਂਗੇ। ਸੋ ਆਪਣੇ ਕੋਲੇ ਆਈ ਥਿੰਕ ਸੋ ਇੱਕ ਬੀਬੀ ਕੰਪਲੀਟ ਕਰਨ ਦੇ ਲਈ 2 ਆਈਡੀਆਜ਼ ਆਰ ਮੋਰ ਦੈਨ ਇਨਫ। ਸੋ ਆਪਣੇ ਕੋਲੇ ਜੋ ਸੈਕਿੰਡ ਆਈਡੀਆ ਦੇ ਵਿੱਚ ਆ ਜਾਏਗਾ ਉਹ ਆ ਜਾਏਗਾ ਕਿ ਅੱਜ ਕੱਲ ਜੇ ਅਗਰ ਆਪਾਂ ਕੰਟੈਂਪਰੇਰੀ ਈਰਾ ਅੱਜ ਕੱਲ ਦਾ ਦੇਖੀਏ, ਕੰਟੈਂਪਰੇਰੀ ਈਰਾ ਦਾ मीनिंग ਹੁੰਦਾ ਬੱਚੇ ਮਾਡਰਨ ਈਰਾ। ਜਿਸ ਈਰਾ 'ਚ ਆਪਾਂ ਅੱਜ ਕੱਲ ਰਹਿ ਰਹੇ ਹਾਂ ਆਪਾਂ ਕੰਟੈਂਪਰੇਰੀ ਈਰਾ ਕਹਿੰਦੇ ਆ। ਇਨ ਦਿਸ ਕੰਟੈਂਪਰੇਰੀ ਈਰਾ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਹਿਊਮਨ ਬੀਇੰਗਸ ਆ ਉਹ ਬਹੁਤ ਜ਼ਿਆਦਾ ਕੀ ਬਣ ਚੁੱਕੇ ਨੇ, ਸੈਲਫਿਸ਼ ਬਣ ਚੁੱਕੇ ਨੇ। ਹਿਊਮਨ ਬੀਇੰਗਸ ਆਰ ਬਿਕਮਿੰਗ ਸੋ ਮਚ ਸੈਲਫਿਸ਼ that they always give priority to fulfill their own needs। कि वो हमेशा अपनी प्रायोरिटी दिंदे ने अपनी नीड्स नू पूरी करन दे लई। एंड इन ऑर्डर टू अचीव दिस दे फॉलो द रैट रेस ऑफ अर्निंग मोर एंड मोर मनी in order to live luxurious life। सो बहुत ही वधिया सिंपल जिहा आइडिया लेता जिहदे विच आपां बहुत वधिया वोकैबुलरी यूज कीती है कि अगर आप अजकल दे कंटैंपररी इरा दी गल करिए तो लोग बहुत ज्यादा सैल्फिश बन चुके ने कि वो इन्ने सैल्फिश बन चुके ने कि वो प्रायोरिटी दिंदे ने कि टू फुलफिल देयर ओन नीड्स कि खुद दे डिजायर्स नू पूरा करन दे ने। एंड फॉर दिस वो की करदे ने, फॉलो करदे ने रैट रेस ऑफ अर्निंग मोर मनी इन ऑर्डर टू लिव लग्जरियस। तो ज्यादा तो ज्यादा पैसा कमाउण दी रैट रेस है जिहड़ी ओहदा पिछा करदे ने, ओहनू फॉलो करदे ने ताकि वो लग्जरियस एक शानदार लग्जरी वाली लाइफ नू की कर सकन, जी सकन। सो एक ये भी रीजन है जिन्हां दे करके वो मैनेज नहीं कर पाते या बैलेंस नहीं कर पाते। एंड जिहड़ी ये चीज है सारी
दिस होल सिनेरियो की करूंगा एज ए कॉन्सिक्वेंस इथे ਆਪਾਂ एज ए कॉन्सिक्वेंस एक नैगेटिव रिजल्ट दस सकते हैं कि एज ए कॉन्सिक्वेंस ਜਿਹੜਾ ਉਹਨਾਂ ਦਾ ਮਾਈंड ਹੈ ਉਹ ਡਾਈਵਰਟ ਹੋ ਜਾਂਦਾ to give importance to their family members, divert from giving importance to their family members to earning more money. ठीक है जी कि सारा सिनेरियो ਜਿਹੜਾ ਉਹਨਾਂ ਦੇ ਮਾਈਂਡ ਨੂੰ ਡਾਈਵਰਟ ਕਰ ਦਿੰਦਾ ਕਿ ਉਹ ਇੰਪੋਰਟੈਂਸ ਨਹੀਂ ਦਿੰਦੇ ਆਪਣੇ ਫੈਮਿਲੀ ਮੈਂਬਰਸ ਨੂੰ ਉੱਥੋਂ ਇੰਪੋਰਟੈਂਸ ਸ਼ਿਫਟ ਹੋ ਕੇ ਉਹਨਾਂ ਦੀ ਇੰਪੋਰਟੈਂਸ ਕਿੱਥੇ ਚਲ ਜਾਂਦੀ ਹੈ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦੀ ਜਿਹਦੇ ਕਰਕੇ ਕੀ ਹੁੰਦਾ ਫਿਰ ਉਹਨਾਂ ਦੇ ਜਿਹੜੇ ਫੈਮਿਲੀ ਰਿਲੇਸ਼ਨਸ ਨੇ ਉਹ ਵਧੀਆ ਨਹੀਂ ਰਹਿੰਦੇ ਉਹ ਮੈਨੇਜ ਨਹੀਂ ਕਰ ਪਾਉਂਦੇ ਆਪਣੀ ਪਰਸਨਲ ਲਾਈਫ ਨੂੰ ਪ੍ਰੋਫੈਸ਼ਨਲ ਲਾਈਫ ਦੇ ਨਾਲ ਸੋ ਥੀਸ ਆਰ ਦ ਰੀਜ਼ਨਸ ਆਪਾਂ ਬੇਸਿਕਲੀ ਦੋ ਰੀਜ਼ਨ ਲਿੱਤੇ ਆ ਹੁਣ ਆਪਾਂ ਨੈਕਸਟ ਬੋਡੀ ਪੈਰਾਗ੍ਰਾਫ ਦੇ ਵਿੱਚ ਇਹਨਾਂ ਦੋ ਰੀਜ਼ਨਸ ਦੇ ਲਈ ਹੀ ਸੋਲੂਸ਼ਨਸ ਯੂਜ਼ ਕਰਾਂਗੇ सो सॉल्यूशंस लिखण ਦੇ ਲਈ ਵੀ ਬੱਚੇ ਟੌਪਿਕ ਸੈਂਟੈਂਸ ਹੈ ਜੋ ਉਹ ਤੁਸੀਂ ਖੁਦ ਹੀ ਡਿਜ਼ਾਈਨ ਕਰੋਗੇ ਉਹਦੇ ਵਿੱਚ ਮੈਂ ਤੁਹਾਡੀ ਕੋਈ ਵੀ ਹੈਲਪ ਨਹੀਂ ਕਰਨ ਲੱਗੀ ਦੈਟ ਇਜ਼ ਅਪ ਟੂ ਯੂ ਤੁਸੀਂ ਖੁਦ ਡਿਜ਼ਾਈਨ ਕਰੋਗੇ ਉਹਨੂੰ ਸੋ ਪਹਿਲਾ ਆਪਾਂ ਆਈਡੀਆ ਕੀ ਲਿੱਤਾ ਸੀਗਾ ਕਿ ਸਟ੍ਰੈਸ ਹੋ ਰਿਹਾ ਉਹਨਾਂ ਦਾ ਹਨਾ ਡੈਡਲਾਈਨਸ ਉਹਨਾਂ ਨੂੰ ਜੋ ਅਨਰੀਅਲਿਸਟਿਕ ਮਿਲਦੀਆਂ ਨੇ ਜੋ ਇੰਨੀਆਂ ਈਜ਼ੀ ਅਚੀਵ ਨਹੀਂ ਹੋ ਸਕਦੀਆਂ ਸੋ ਉਹਦੇ ਲਈ ਆਪਾਂ ਸੋਲੂਸ਼ਨ ਕੀ ਕਹਿ ਸਕਦੇ ਹਾਂ ਕਿ ਜਿਹੜੇ EMPLOYERS ਆਪਾਂ ਕਹਿ ਸਕਦੇ ਹਾਂ ਕਿ ਸਰਟਨ ਸਟੈਪਸ ਲੈ ਸਕਦੇ ਨੇ ਕਾਦੇ ਲਈ to ease the burden of their employees. ठीक है जी कि जेडे employees ने वो certain steps ले सकते ने to ease the burden of their employees. की steps ले सकते ने such as करके आप लिख सकते हैं कि such as they give realistic targets to ठीक है जी कि ਉਹਨਾਂ ਨੂੰ ਰਿਅਲਿਸਟਿਕ ਟਾਰਗੇਟਸ ਦੇਣ ਜਿਹੜੇ ਟਾਰਗੇਟਸ ਅਚੀਵ ਹੋ ਸਕਣ ਸੋ ਉਹਦਾ ਰਿਜ਼ਲਟ ਕੀ ਆਊਗਾ ਐਜ਼ ਅ ਰਿਜ਼ਲਟ ਕੀ ਆਊਗਾ ਕਿ ਜਿਹੜੇ ਵਰਕਰਸ ਨੇ ਉਹ ਫਿਨਿਸ਼ ਕਰ ਪਾਣਗੇ ਆਪਣੇ ਵਰਕ ਨੂੰ ਔਨ ਟਾਈਮ ਬਾਈ ਵਿਚ ਦੇ ਕੈਨ ਸਪੈਂਡ देयर फ्री टाइम विद देयर किथ एंड किन्स सो फैमिली मैंबर्स की जगह पे आप यूज कर सकते हैं फिर किथ एंड किन्स ठीक है जी सो एको आप लेके चले आइडिया कि पहला आप की दिता उस चीज ਨੂੰ ਮੈਂਸ਼ਨ ਕਰਤਾ ਕਿ ਜਿਹੜੇ EMPLOYERS ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਰਿਅਲਿਸਟਿਕ ਡੈਡਲਾਈਨਸ ਦੇਣੀਆਂ ਚਾਹੀਦੀਆਂ ਨੇ ਅਚੀਵੇਬਲ ਡੈਡਲਾਈਨਸ ਦੇਣੀਆਂ ਚਾਹੀਦੀਆਂ ਨੇ EMPLOYERS ਨੂੰ ਸੋ ਉਹਦਾ ਕੀ ਹੋਏਗਾ ਰਿਜ਼ਲਟ ਕੀ ਆਏਗਾ ਕਿ ਜਿਹੜੇ ਵਰਕਰਸ ਨੇ ਜਿਹੜੇ ਉਹਨਾਂ ਦੇ EMPLOYERS ਨੇ ਜਾਂ ਜਿਹੜੀ ਉਹਨਾਂ ਦੀ ਮੈਨ ਪਾਵਰ ਹੈ ਉਹ ਇੱਕ ਪ੍ਰੋਪਰ ਟਾਈਮ ਤੇ ਕੀ ਕਰੇਗੀ ਆਪਣੇ ਵਰਕ ਨੂੰ ਫਿਨਿਸ਼ ਕਰ ਲੇਗੀ ਐਂਡ ਜਿਹੜਾ ਫਿਰ ਉਹਨਾਂ ਕੋਲੇ ਫ੍ਰੀ ਟਾਈਮ ਬਚੇਗਾ ਉਹ ਆਪਣੇ ਫੈਮਿਲੀ ਮੈਂਬਰਸ ਨਾਲ ਆਪਣੇ ਕਿਥ ਐਂਡ ਕਿਨਸ ਦੇ ਨਾਲ ਇੱਕ ਵਧੀਆ ਕੁਆਲਿਟੀ ਟਾਈਮ ਸਪੈਂਡ ਕਰ ਸਕਦੇ ਨੇ ਸੋ ਦਿਸ ਇਜ਼ ਆवर ਫਰਸਟ ਆਈਡੀਆ ਫਰਸਟ ਸੋਲੂਸ਼ਨ ਹੈ ਜੋ ਆਪਾਂ ਦੇਤਾ ਸੋ ਸੈਕੰਡ ਸੋਲੂਸ਼ਨ ਆਪਣੇ ਕੋਲੇ ਕੀ ਸੀਗਾ ਕਿ ਬਹੁਤ ਰੈਟ ਰੇਸ ਫੋਲੋ ਕਰਦੇ ਆ ਹਨਾ ਮਨੀ ਨੂੰ ਜ਼ਿਆਦਾ ਤੋਂ ਜ਼ਿਆਦਾ ਕਮਾਉਣ ਦੇ ਲਈ ਪ੍ਰੋਲੋਂਗਡ ਆਵਰਸ ਆ ਜਿਹੜੇ ਆਪਣੇ ਵਰਕ ਤੇ ਹੀ ਬਿਤਾ ਦਿੰਦੇ ਆ ਸੋ ਉਹਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਗਵਰਨਮੈਂਟ ਹੈ ਉਹ ਫਿਕਸਡ ਵਰਕਿੰਗ ਆਵਰਸ ਨੂੰ ਇੰਟਰੋਡਿਊਸ ਕਰੇ ਸੋ ਸੈਕੰਡ ਜੋ ਆਪਣਾ ਆਈਡੀਆ ਹੋ ਜਾਏਗਾ ਇਸ ਚੀਜ਼ ਤੇ ਹੋ ਜਾਏਗਾ ਕਿ ਜਿਹੜੇ ਗਵਰਨਮੈਂਟ ਆਫੀਸ਼ੀਅਲਸ ਨੇ ਉਹਨਾਂ ਨੂੰ ਇੰਟਰੋਡਿਊਸ ਕਰਨੀ ਚਾਹੀਦੀ ਹੈ ਇੱਕ ਫਿਕਸਡ ਵਰਕਿੰਗ ਆਵਰਸ ਦੀ ਪਾਲਿਸੀ ਸੋ ਦੈਟ ਜਿਹੜੇ ਵਰਕਰਸ ਨੇ ਉਹ ਪ੍ਰੋਲੋਂਗਡ ਆਵਰਸ ਦੇ ਲਈ ਵਰਕ ਨਾ ਕਰਨ ਐਂਡ ਅਗਰ ਕੋਈ ਵੀ ਕੰਪਨੀ ਜਾਂ ਕੋਈ ਵੀ ਵਰਕਰ ਹੈ ਜਿਹੜੇ ਉਹ ਪ੍ਰੋਲੋਂਗਡ ਆਵਰਸ ਦੇ ਲਈ ਕੰਮ ਕਰਦੇ ਆ ਤਾਂ ਉਹਨਾਂ ਤੋਂ ਕੁਝ ਨਾ ਕੁਝ ਫਾਈਨ ਵੀ ਲੈ ਵੀ ਕਰ ਸਕਦੇ ਆ ਉਹ ਮਤਲਬ ਜੋ ਉਹਨਾਂ ਦੀ ਪਾਲਿਸੀ ਹੈ ਉਹਨਾਂ ਨੂੰ ਸਟ੍ਰਿਕਟਲੀ ਫੋਲੋ ਕਰਵਾਉਣੀ ਚਾਹੀਦੀ ਹੈ ਫਿਕਸਡ ਵਰਕਿੰਗ ਆਵਰਸ ਦੀ ਸੋ ਉਹਦੇ ਨਾਲ ਕੀ ਹੋਏਗਾ ਕਿ ਜਿਹੜਾ ਰੈਸਟ ਆਫ ਦਾ ਟਾਈਮ ਹੈ ਉਹ ਸਪੈਂਡ ਕਰ ਸਕਣਗੇ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਸੋ ਅਗਰ ਇਹ ਪ੍ਰੋਲੋਂਗਡ ਆਵਰਸ ਦੀ ਜਗ੍ਹਾ ਤੇ ਫਿਕਸਡ ਵਰਕਿੰਗ ਆਵਰਸ ਹੋ ਜਾਣਗੇ ਤਾਂ ਉਹਨਾਂ ਨੂੰ ਸਫੀਸ਼ੀਐਂਟ टाइम मिल जाऊगा जो वो डिवोट कर सकणगे ऑन देयर फैमिली नीड्स कि जो भी उन्होंने फैमिली नीड्स ने सच एज ਇਹਦੇ ਵਿੱਚ ਡਿਫਾਈਨ ਕਰ ਸਕਦੇ ਹੋ ਫੈਮਿਲੀ ਨੀਡਸ ਨੂੰ ਸਚ ਐਸ ਟੇਕਿੰਗ ਕੇਅਰ ਆਫ देयर ਚਿਲड्रन ਔਰ ਪੈਰੈਂਟਸ ਤੇ ਬੱਚਿਆਂ ਦਾ ਧਿਆਨ ਰੱਖਣਾ ਫੈਮਿਲੀ ਦੇ ਵਿੱਚ ਕਿਸੇ ਫੈਮਿਲੀ ਗੈਟ ਟੂਗੇਦਰ ਦੇ ਲਈ ਜਾਣਾ ਕੋਈ ਟ੍ਰਿਪਸ ਵਗੈਰਾ ਫੈਮਿਲੀ ਲਈ ਪਲਾਨ ਕਰਨਾ ਕਿਉਂਕਿ ਅਗਰ ਇਹ ਚੀਜ਼ਾਂ ਹੋਣਗੀਆਂ ਫੈਮਿਲੀ ਟ੍ਰਿਪਸ ਵਗੈਰਾ ਪਲਾਨ ਹੋਣਗੀਆਂ ਤੇ ਇਹਦੇ ਨਾਲ ਕੀ ਹੋਏਗਾ ਕਿ ਜੋ EMPLOYERS ਹੈ ਉਹਨਾਂ ਦੀ ਐਫੀਸ਼ੀਐਂਸੀ ਵੀ ਕੀ ਹੋਏਗੀ
ਇਨਕਰੀਜ਼ ਹੋਏਗੀ ਐਂਡ ਉਹ ਫਰਦਰ ਅੱਗੇ ਕੀ ਹੋਊਗਾ ਜਿਹੜਾ ਵਰਕ ਆ ਉਹ ਤੇ ਆਪਣਾ 110% ਦੇ ਸਕਦੇ ਆ। ਸੋ ਜੋ ਆਪਾਂ ਰੀਜ਼ਨ ਦੋ ਲਿਖੇ ਸੀ ਉਹਨਾਂ ਦੇ ਹੀ ਮੈਂ ਦੋ ਸੋਲੂਸ਼ਨ ਤੁਹਾਨੂੰ ਡਿਸਕਸ ਕਰਕੇ ਦਿਖਾਇਆ। ਸੋ ਆਲਵੇਜ਼ ਇਹ ਚੀਜ਼ ਬਹੁਤ ਜ਼ਰੂਰੀ ਹੈ ਰੀਜ਼ਨ ਐਂਡ ਸੋਲੂਸ਼ਨ ਐਸੇ ਦੇ ਵਿੱਚ ਕਿ ਜੋ ਆਪਾਂ ਰੀਜ਼ਨ ਲਿਖਦੇ ਹਾਂ ਸੋਲੂਸ਼ਨ ਆਪਾਂ ਉਸੇ ਦਾ ਦੇਣਾ, ਜੋ ਆਪਾਂ ਰੀਜ਼ਨ ਲਿਖੇ ਸੀ ਉਸੇ ਦਾ ਸੋਲੂਸ਼ਨ ਹੀ ਮੈਂ ਡਿਸਕਸ ਕੀਤਾ। ਸੋ ਇਸ ਐਸੇ ਦਾ ਆਲਵੇਜ਼ ਕਰਿਓ, ਟਰਾਈ ਕਰਿਓ ਬੱਚੇ, ਪ੍ਰੈਕਟਿਸ ਕਰਿਓ ਖੁਦ ਲਿਖਣ ਦੀ। ਹੁਣ ਤੁਹਾਨੂੰ ਆਈਡੀਆਸ ਪਤਾ ਲੱਗ ਗਿਆ, ਸਟੇਟਮੈਂਟ ਤੁਹਾਡੇ ਕੋਲੇ ਹੈ। ਸੋ ਇਹਦੀ ਇੰਟਰੋਡਕਸ਼ਨ ਐਂਡ ਇਹਦਾ ਜੋ ਕਨਕਲੂਜਨ ਆ ਤੁਸੀਂ ਖੁਦ ਬਣਾਉਣ ਦੀ ਕੋਸ਼ਿਸ਼ ਕਰਿਓ ਐਂਡ ਜੋ ਆਈਡੀਆਜ਼ ਆਪਾਂ ਡਿਸਕਸ ਕਰਦੇ ਆ ਉਹਨਾਂ ਨੂੰ ਸੋਚ ਕੇ ਆਪਣਾ ਐਸੇ ਰਾਈਟਿੰਗ ਲਿਖੋ ਐਂਡ ਕਿਸੇ ਵੀ ਆਇਲਸ ਐਕਸਪਰਟ ਤੋਂ ਜਾਂ ਆਇਲਸ ਟ੍ਰੇਨਰ ਤੋਂ ਆਪਣੀ ਰਾਈਟਿੰਗ ਨੂੰ ਚੈੱਕ ਕਰਵਾਓ ਤਾਂ ਕਿ ਤੁਹਾਨੂੰ ਪਤਾ ਲੱਗੇ ਤੁਹਾਡੀਆਂ ਮਿਸਟੇਕਸ ਕਿੱਥੇ ਆਉਂਦੀਆਂ ਨੇ। Thank you so much student. If you really like my video, so please subscribe to my channel and share with your dear and dear ones. Thank you.